ਸਤਿ ਸ਼੍ਰੀ ਅਕਾਲ ਦੋਸਤੋ, ਹਾਜ਼ਰ ਹਾਂ ਤੁਹਾਡੇ ਲਈ ਇੱਕ ਨਵੀਂ ਕਹਾਣੀ ਲੈ ਕੇ। ਮੇਰਾ ਨਾਮ ਅੰਜਲੀ ਹੈ। ਜ਼ਿੰਦਗੀ ਨੇ ਮੇਰੇ ਨਾਲ ਬਹੁਤ ਵੱਡਾ ਮਜ਼ਾਕ ਕੀਤਾ ਸੀ। ਮੇਰੀ ਉਮਰ 19 ਸਾਲ ਦੀ ਸੀ ਜਦੋਂ ਇੱਕ ਰਿਸ਼ਤੇਦਾਰ ਮੇਰੇ ਲਈ ਰਿਸ਼ਤਾ ਲੈ ਕੇ ਆਇਆ ਸੀ। ਉਹ ਸਾਡੇ ਹੀ ਇਲਾਕੇ ਦਾ ਸੀ। ਵਿਆਹਾਂ ਵਿੱਚ ਅਸੀਂ ਇੱਕ ਦੂਜੇ ਨੂੰ ਮਿਲ ਚੁੱਕੇ ਸੀ। ਜਿਸ ਘਰ ਮੇਰਾ ਰਿਸ਼ਤਾ ਹੋਣਾ ਸੀ ਉਹ 4 ਭਰਾ ਸੀ। 2 ਪਹਿਲਾਂ ਵਿਆਹੇ ਹੋਏ ਸੀ ਤੇ ਦੋਵਾਂ ਦਾ ਵਿਆਹ ਹਜੇ ਹੋਣਾ ਸੀ। ਮੇਰੇ ਹੋਣ ਵਾਲੇ ਦਿਓਰ ਦੇ ਲਈ ਕੁੜੀ ਪਸੰਦ ਕਰ ਲਈ ਸੀ ਤੇ ਮੈਨੂੰ ਦੂਜੇ ਪੁੱਤਰ ਲਈ ਪਸੰਦ ਕੀਤਾ ਸੀ। ਮੇਰਾ ਪਰਿਵਾਰ ਅਮੀਰ ਸੀ, ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ। ਮੈਂ ਆਪਣੇ ਮਾਤਾ-ਪਿਤਾ ਦੀ ਇਕਲੌਤੀ ਧੀ ਸੀ। ਮੇਰੀ ਦਰਾਣੀ ਦਾ ਨਾਮ ਪਲਵੀ ਸੀ। ਸਾਡਾ ਦੋਵਾਂ ਦਾ ਵਿਆਹ ਇੱਕੋ ਦਿਨ ਹੋਇਆ ਸੀ ਤੇ ਉਹ ਦੇਖਣ ਵਿੱਚ ਬਹੁਤ ਹੀ ਸੋਹਣੀ ਨਹੀਂ ਸੀ। ਇਸ ਲਈ ਜਦੋਂ ਵੀ ਕੋਈ ਦੇਖਣ ਆਉਂਦਾ ਸੀ ਤੇ ਉਹ ਮੇਰੀ ਤਾਰੀਫ ਹੀ ਕਰਦਾ ਸੀ ਤੇ ਕਹਿੰਦੇ, ਤੂੰ ਆਪਣੀ ਦਰਾਣੀ ਤੋਂ ਵੱਧ ਸੋਹਣੀ ਹੈ। ਤੇ ਮੇਰਾ ਪਤੀ ਮਾਨਕ ਸਧਾਰਨ ਦਿੱਖ ਦਾ ਮਾਲਕ ਸੀ। ਜਾਣੇ ਅਣਜਾਣੇ ਵਿੱਚ ਮੈਂ ਅੰਜਲੀ ਨਾਲ ਬਹੁਤ ਮਾੜਾ ਕੀਤਾ, ਕਿਉਂਕਿ ਵਿਆਹ ਵਾਲੇ ਦਿਨ ਸਾਰੇ ਮੇਰੀ ਤਾਰੀਫ ਕਰ ਰਹੇ ਸੀ ਤੇ ਉਸ ਵੱਲ ਕੋਈ ਤੱਕਦਾ ਵੀ ਨਹੀਂ ਸੀ। ਫਿਰ ਵੀ ਉਹ ਵਿਚਾਰੀ ਕੁੜੀ ਬਹੁਤ ਸਬਰ ਨਾਲ ਬੈਠੀ ਰਹੀ। ਕਹਿੰਦੇ ਨੇ 2 ਮੁੰਡਿਆਂ ਦਾ ਵਿਆਹ ਇਕੱਠਾ ਕਰਨ ਨਾਲ ਇਹ ਸਭ ਕੁਝ ਸੁਣਨਾ ਪੈਂਦਾ ਹੈ, ਪਰ ਮੇਰੇ ਸਹੁਰੇ ਆਪਣਾ ਪੈਸਾ ਬਚਾਉਣਾ ਚਾਹੁੰਦੇ ਸੀ। ਉਹਨਾਂ ਕਿਹਾ ਕਿ ਦੋਵਾਂ ਭਰਾਵਾਂ ਦਾ ਵਿਆਹ ਇਕੱਠਿਆਂ ਦਾ ਹੋਵੇਗਾ, ਜਦਕਿ ਸਾਨੂੰ ਕੋਈ ਆਰਥਿਕ ਸਮੱਸਿਆ ਨਹੀਂ ਸੀ। ਪਰ ਉਹਨਾਂ ਦੀ ਆਪਣੀ ਮਰਜ਼ੀ ਸਾਡਾ ਵਿਆਹ ਹੋ ਗਿਆ ਤੇ ਅਸੀਂ ਦੋਵਾਂ ਨੇ ਆਪਣੀ ਜ਼ਿੰਦਗੀ ਸ਼ੁਰੂ ਕੀਤੀ। ਸਾਰਾ ਪਰਿਵਾਰ ਇੱਕ ਘਰ ਵਿੱਚ ਰਹਿੰਦਾ ਸੀ, ਪਰ ਚੁੱਲ੍ਹੇ ਸਭ ਦੇ ਅਲੱਗ-ਅਲੱਗ ਸੀ। ਜ਼ਿੰਦਗੀ ਵਧੀਆ ਚੱਲ ਰਹੀ ਸੀ, ਕੋਈ ਪਰੇਸ਼ਾਨੀ ਨਹੀਂ ਸੀ। ਮੇਰਾ ਪਤੀ ਵੀ ਮੈਨੂੰ ਬਹੁਤ ਪਿਆਰ ਕਰਦਾ ਸੀ ਤੇ ਹਰ ਗੱਲ ਵਿੱਚ ਮੇਰਾ ਕਹਿਣਾ ਮੰਨਦਾ ਸੀ ਤੇ ਅਸੀਂ ਵਧੀਆ ਤਰੀਕੇ ਨਾਲ ਇਕੱਠੇ ਰਹਿੰਦੇ ਸੀ। ਪਰ ਮੇਰੀ ਦਰਾਣੀ ਦੇ ਕਮਰੇ ਵਿੱਚੋਂ ਹਮੇਸ਼ਾ ਲੜਾਈ ਦੀਆਂ ਆਵਾਜ਼ਾਂ ਆਉਂਦੀਆਂ ਸੀ। ਪਹਿਲਾਂ ਤਾਂ ਮੈਂ ਸੋਚਿਆ ਕਿ ਇਹ ਆਮ ਗੱਲ ਹੈ, ਕਿਉਂਕਿ ਵਿਆਹ ਦੇ ਸ਼ੁਰੂਆਤੀ ਦਿਨਾਂ ਵਿੱਚ ਪਤੀ ਪਤਨੀ ਦੀ ਕਿਸੇ ਗੱਲ ਤੇ ਬਹਿਸ ਹੋ ਜਾਂਦੀ ਹੈ। ਪਰ ਉਹਨਾਂ ਦੇ ਝਗੜੇ ਬਹੁਤ ਵੱਧ ਗਏ ਸੀ ਤੇ ਮੇਰਾ ਦਿਓਰ ਆਪਣੀ ਪਤਨੀ ਨੇ ਉੱਚੀ ਗਾਲਾਂ ਕੱਢਦਾ ਸੀ। ਜਦੋਂ ਮੈਂ ਆਪਣੇ ਪਤੀ ਨਾਲ ਗੱਲ ਕੀਤੀ ਤਾਂ ਉਸਨੇ ਕਿਹਾ ਕਿ ਸਾਨੂੰ ਇਸ ਬਾਰੇ ਗੱਲ ਨਹੀਂ ਕਰਨੀ ਚਾਹੀਦੀ। ਇੱਕ ਵਾਰ ਮੈਂ ਉਹਨਾਂ ਦੇ ਕਮਰੇ ਬਾਹਰੋਂ ਲੰਘ ਰਹੀ ਸੀ ਤਾਂ ਮੈਂ ਆਪਣੀ ਦਿਓਰ ਦੀ ਆਵਾਜ਼ ਸੁਣੀ। ਉਹ ਮੇਰਾ ਨਾਮ ਲੈ ਰਿਹਾ ਸੀ ਤੇ ਆਪਣੀ ਪਤਨੀ ਨਾਲ ਲੜ ਰਿਹਾ ਸੀ। ਮੈਂ ਸੋਚਣ ਲੱਗੀ, ਮੇਰੇ ਤੋਂ ਕੋਈ ਗਲਤੀ ਤਾਂ ਨਹੀਂ ਹੋ ਗਈ, ਪਰ ਮੈਂ ਤਾਂ ਅਜਿਹਾ ਕੁਝ ਨਹੀਂ ਕੀਤਾ ਸੀ। ਮੈਂ ਉਹਨਾਂ ਦੇ ਮਾਮਲੇ ਵਿੱਚ ਦਖਲ ਨਹੀਂ ਦੇਣਾ ਚਾਹੁੰਦੀ ਸੀ, ਕਿਉਂਕਿ ਮੇਰੇ ਪਤੀ ਨੇ ਮੈਨੂੰ ਕਿਹਾ ਸੀ ਕਿ ਤੁਹਾਨੂੰ ਅਜਿਹਾ ਕੁਝ ਕਰਨ ਦੀ ਲੋੜ ਨਹੀਂ ਹੈ। ਇੱਕ ਦਿਨ ਮੇਰੇ ਦਿਓਰ ਨੇ ਮੈਨੂੰ ਰੋਕਿਆ ਤੇ ਕਿਹਾ, ਭਾਬੀ ਕਿਰਪਾ ਕਰਕੇ ਮੇਰੀ ਪਤਨੀ ਨੂੰ ਕੁਝ ਸਿਖਾਓ, ਤੁਹਾਡੇ ਤਰ੍ਹਾਂ ਸੱਜ ਕੇ ਰਿਹਾ ਕਰੇ। ਮੈਂ ਆਪਣੇ ਦਿਓਰ ਨੂੰ ਕਿਹਾ, ਤੁਹਾਡੀ ਪਤਨੀ ਬਹੁਤ ਪਿਆਰੀ ਹੈ, ਉਸ ਨੂੰ ਸਜਣ ਦੀ ਲੋੜ ਨਹੀਂ ਹੈ। ਤਾਂ ਉਹ ਕਹਿਣ ਲੱਗਾ ਕਿ ਉਹ ਬਿਲਕੁਲ ਵੀ ਸੋਹਣੀ ਨਹੀਂ ਹੈ, ਤੁਸੀਂ ਸਾਰੇ ਉਸ ਦਾ ਦਿਲ ਰੱਖਦੇ ਹੋ, ਇਸ ਲਈ ਉਹ ਆਪਣਾ ਧਿਆਨ ਨਹੀਂ ਰੱਖਦੀ। ਇੱਕ ਦਿਨ ਮੇਰੇ ਪਤੀ ਨੇ ਕਿਹਾ ਕਿ ਮੇਰਾ ਮੂਡ ਠੀਕ ਨਹੀਂ ਹੈ, ਪਤਾ ਨਹੀਂ ਕੀ ਹੋ ਰਿਹਾ ਸੀ। ਮੇਰਾ ਦਿਲ ਸਵੇਰ ਤੋਂ ਹੀ ਬਹੁਤ ਚਿੰਤਤ ਸੀ। ਜਦੋਂ ਸਾਨੂੰ ਇਹ ਬੁਰੀ ਖਬਰ ਮਿਲੀ ਕਿ ਮੇਰੇ ਪਤੀ ਇਸ ਦੁਨੀਆ ਤੋਂ ਚਲੇ ਗਏ ਹਨ, ਇੱਕ ਸੜਕ ਹਾਦਸਾ ਹੋ ਗਿਆ ਹੈ। ਮੇਰਾ ਪਤੀ ਤੇ ਮੇਰਾ ਦਿਓਰ ਦੋਵੇਂ ਮੋਟਰਸਾਈਕਲ ਤੇ ਜਾ ਰਹੇ ਸੀ ਤੇ ਉਹਨਾਂ ਦਾ ਮੋਟਰਸਾਈਕਲ ਕਾਰ ਨਾਲ ਟਕਰਾ ਗਿਆ। ਮੇਰੇ ਦਿਓਰ ਨੂੰ ਮਾਮੂਲੀ ਸੱਟਾਂ ਲੱਗੀਆਂ ਸੀ, ਪਰ ਮੇਰੇ ਪਤੀ ਦੀ ਇਸ ਹਾਦਸੇ ਵਿੱਚ ਮੌਤ ਹੋ ਗਈ। ਮੈਂ ਵਿਧਵਾ ਹੋ ਗਈ ਸੀ, ਪਰ ਪਤੀ ਦੀ ਮੌਤ ਤੋਂ ਬਾਅਦ ਵੀ ਮੈਂ ਆਪਣੇ ਸਹੁਰੇ ਘਰ ਹੀ ਰਹਿੰਦੀ ਸੀ। ਮੈਂ ਇਹ ਦਿਨ ਬਹੁਤ ਉਦਾਸੀ ਵਿੱਚ ਬਿਤਾਏ। ਹਰ ਕੋਈ ਕਹਿਣ ਲੱਗਾ ਕਿ ਇਸ ਕੁੜੀ ਦੀ ਜ਼ਿੰਦਗੀ ਬਰਬਾਦ ਹੋ ਗਈ ਹੈ, ਹੁਣ ਇਸ ਨਾਲ ਕੌਣ ਵਿਆਹ ਕਰੇਗਾ। ਅੱਜ ਕੱਲ੍ਹ ਤਾਂ ਕੁਆਰੀਆਂ ਕੁੜੀਆਂ ਨੂੰ ਵੀ ਵਧੀਆ ਰਿਸ਼ਤੇ ਨਹੀਂ ਮਿਲਦੇ। ਮੇਰੀ ਦਰਾਣੀ ਬਹੁਤ ਦੁਖੀ ਸੀ ਤੇ ਮੈਨੂੰ ਵਾਰ-ਵਾਰ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਮੈਂ ਆਪਣਾ ਸਾਰਾ ਗੁੱਸਾ ਉਸ ਉੱਤੇ ਕੱਢ ਦਿੱਤਾ। ਮੈਂ ਕਿਹਾ, ਤੇਰੇ ਪਤੀ ਨੇ ਨਾਲ ਹੀ ਮੇਰਾ ਪਤੀ ਗਿਆ ਸੀ। ਕਿਸੇ ਨੂੰ ਕਹਿਣਾ ਬਹੁਤ ਸੌਖਾ ਹੁੰਦਾ ਹੈ, ਪਰ ਜਦੋਂ ਖੁਦ ਤੇ ਬੀਤਦੀ ਹੈ ਫਿਰ ਪਤਾ ਲੱਗਦਾ। ਜੇ ਤੁਸੀਂ ਅੱਜ ਮੇਰੀ ਜਗ੍ਹਾ ਹੁੰਦੇ ਤਾਂ ਮੈਂ ਤੁਹਾਨੂੰ ਪੁੱਛਦੀ, ਤੁਸੀਂ ਇੰਨਾ ਵੱਡਾ ਦੁੱਖ ਕਿਵੇਂ ਝੱਲੋਗੇ। ਤੇਰਾ ਪਤੀ ਸਹੀ ਸਲਾਮਤ ਹੈ, ਮੇਰੀ ਤਾਂ ਦੁਨੀਆ ਹੀ ਉੱਜੜ ਗਈ। ਮੇਰੇ ਦਿਓਰ ਨੇ ਸਾਰੀ ਗੱਲ ਸੁਣ ਲਈ ਸੀ, ਪਰ ਕੋਈ ਜਵਾਬ ਨਹੀਂ ਦਿੱਤਾ। ਪਤੀ ਦੀ ਮੌਤ ਤੋਂ ਬਾਅਦ ਮੈਂ ਆਪਣੇ ਸਹੁਰੇ ਘਰ ਰਹਿਣ ਦਾ ਫੈਸਲਾ ਕੀਤਾ। ਮੈਂ ਕਿਹਾ ਕਿ ਮੈਂ ਆਪਣੇ ਪੇਕੇ ਨਹੀਂ ਜਾਵਾਂਗੀ, ਮੈਂ ਦੁਬਾਰਾ ਵਿਆਹ ਨਹੀਂ ਕਰਨਾ ਚਾਹੁੰਦੀ। ਮੇਰੇ ਪਤੀ ਨੂੰ ਗੁਜ਼ਰਿਆਂ 6 ਮਹੀਨੇ ਹੋ ਗਏ ਸੀ ਜਦੋਂ ਮੇਰੀ ਦਰਾਣੀ ਨੇ ਮੇਰੀ ਸੱਸ ਨੂੰ ਕਿਹਾ, ਮੈਂ ਅੰਜਲੀ ਦਾ ਵਿਆਹ ਆਪਣੇ ਪਤੀ ਨਾਲ ਕਰਵਾਉਣਾ ਚਾਹੁੰਦੀ ਹਾਂ। ਸਾਰਾ ਪਰਿਵਾਰ ਝੱਟ ਮੰਨ ਗਿਆ। ਰੋਹਨ ਵੀ ਮੇਰੇ ਨਾਲ ਵਿਆਹ ਕਰਵਾਉਣ ਲਈ ਤਿਆਰ ਸੀ। ਸਾਰੇ ਇਕੱਠੇ ਬੈਠੇ ਸੀ ਤਾਂ ਉਸਨੇ ਕਿਹਾ, ਮੋਟਰਸਾਈਕਲ ਮੈਂ ਚਲਾ ਰਿਹਾ ਸੀ, ਮੇਰਾ ਭਰਾ ਮੇਰੇ ਪਿੱਛੇ ਬੈਠਾ ਸੀ। ਮੈਨੂੰ ਇੰਜ ਲੱਗਦਾ ਉਹਨਾਂ ਨੇ ਮੇਰੇ ਹਿੱਸੇ ਦੀ ਮੌਤ ਖੋ ਲਈ ਹੈ।
ਇਸ ਲਈ ਉਹਨਾਂ ਦੀਆਂ ਜ਼ਿੰਮੇਵਾਰੀਆਂ ਮੈਨੂੰ ਨਿਭਾਉਣੀਆਂ ਚਾਹੀਦੀਆਂ ਹਨ। ਮੇਰਾ ਸੱਸ ਸਹੁਰਾ ਵੀ ਇਹੀ ਚਾਹੁੰਦਾ ਸੀ ਕਿ ਤੂੰ ਸਾਡੀ ਨੂੰਹ ਹੈ। ਅਸੀਂ ਤੈਨੂੰ ਬੜੇ ਮਾਣ ਨਾਲ ਵਿਆਹ ਕੇ ਲਿਆਏ ਹਾਂ। ਹੁਣ ਤੂੰ ਸਾਡੇ ਪੁੱਤਰ ਦੀ ਆਖਰੀ ਨਿਸ਼ਾਨੀ ਹੈ। ਤੈਨੂੰ ਦੇਖ ਕੇ ਸਾਨੂੰ ਸਾਡੇ ਪੁੱਤ ਦੀ ਯਾਦ ਆ ਜਾਂਦੀ ਹੈ। ਇਸ ਲਈ ਇਸ ਘਰ ਵਿੱਚ ਹੀ ਰਹੋ। ਮੇਰੇ ਮਾਤਾ ਪਿਤਾ ਨੂੰ ਵੀ ਬੁਲਾਇਆ ਗਿਆ ਸੀ। ਉਹ ਵੀ ਸਾਡੇ ਵਿਆਹ ਲਈ ਸਹਿਮਤ ਸੀ। ਕਹਿਣ ਲੱਗੇ, ਜਦੋਂ ਰੋਹਨ ਵਿਆਹ ਕਰਵਾਉਣ ਲਈ ਤਿਆਰ ਹੈ ਤਾਂ ਫਿਰ ਹੋਰ ਸਾਨੂੰ ਕੀ ਚਾਹੀਦਾ ਹੈ। ਪਲਵੀ ਵੀ ਸਾਡੇ ਵਿਆਹ ਲਈ ਖੁਸ਼ ਸੀ। ਉਸਨੇ ਮੇਰੇ ਹੱਥ ਤੇ ਹੱਥ ਰੱਖ ਕੇ ਮੈਨੂੰ ਕਿਹਾ ਕਿ ਤੁਸੀਂ ਸਹੀ ਸੀ। ਕਿਸੇ ਨੂੰ ਸਮਝਾਉਣਾ ਬਹੁਤ ਸੌਖਾ ਹੈ, ਪਰ ਬਹੁਤ ਮੁਸ਼ਕਿਲ ਹੈ ਉਸ ਦਾ ਦੁੱਖ ਵਡਾਉਣਾ। ਮੈਂ ਆਪਣੇ ਪਤੀ ਨੂੰ ਤੁਹਾਡੇ ਨਾਲ ਸਾਂਝਾ ਕਰਕੇ ਬਿਲਕੁਲ ਵੀ ਦੁਖੀ ਨਹੀਂ ਹੋਵਾਂਗੀ। ਮੈਨੂੰ ਕੋਈ ਸ਼ਿਕਾਇਤ ਨਹੀਂ ਹੈ। ਇਹ ਗੱਲ ਮੈਨੂੰ ਬਹੁਤ ਅਜੀਬ ਲੱਗ ਰਹੀ ਸੀ। ਮੈਂ ਵਿਆਹ ਨਹੀਂ ਕਰਾਉਣਾ ਚਾਹੁੰਦੀ ਸੀ, ਪਰ ਮੇਰੇ ਸਹੁਰੇ, ਮੇਰੇ ਮਾਤਾ ਪਿਤਾ ਸਾਰਿਆਂ ਨੇ ਮੈਨੂੰ ਸਮਝਾਇਆ ਕਿ ਇਹ ਸਭ ਤੋਂ ਵਧੀਆ ਫੈਸਲਾ ਹੈ। ਸਾਰੇ ਮੇਰੇ ਦਿਓਰ ਦੀ ਤਾਰੀਫ ਕਰਨ ਲੱਗੇ ਕਿ ਉਸਨੇ ਬਹੁਤ ਵਧੀਆ ਫੈਸਲਾ ਲਿਆ ਹੈ। ਆਪਣੇ ਭਰਾ ਦੀ ਵਿਧਵਾ ਨਾਲ ਵਿਆਹ ਕਰਨ ਤੋਂ ਵਧੀਆ ਹੋਰ ਕੀ ਹੋ ਸਕਦਾ ਹੈ। ਮੇਰੀ ਦਿਰਾਣੀ ਦੀ ਸਾਰੇ ਤਾਰੀਫ ਕਰਨ ਲੱਗੇ। ਹਰ ਕੋਈ ਕਹਿਣ ਲੱਗਾ ਕਿ ਰੱਬ ਜਿਹੀ ਪਤਨੀ ਸਭ ਨੂੰ ਦੇਵੇ ਜਿਸ ਨੇ ਆਪਣੇ ਪਤੀ ਨੂੰ ਸਹੀ ਰਸਤਾ ਦਿਖਾਇਆ ਹੈ। ਨਹੀਂ ਤਾਂ ਅੱਜ ਕੱਲ੍ਹ ਅਜਿਹੀਆਂ ਗੱਲਾਂ ਤੇ ਪਤਨੀਆਂ ਗੁੱਸੇ ਹੋ ਜਾਂਦੀਆਂ ਹਨ। ਮੈਨੂੰ ਵੀ ਸਾਰਿਆਂ ਦੀ ਗੱਲ ਮੰਨਣੀ ਪਈ। ਹੁਣ ਮੇਰਾ ਦਿਓਰ ਮੇਰਾ ਪਤੀ ਬਣ ਗਿਆ ਸੀ। ਮੈਂ ਅਜੇ ਆਪਣੇ ਕਮਰੇ ਵਿੱਚ ਹੀ ਰਹਿ ਰਹੀ ਸੀ। ਜਿਸ ਕਮਰੇ ਵਿੱਚ ਪਹਿਲਾਂ ਰਹਿੰਦੀ ਸੀ ਉਹ ਕਮਰਾ ਅਜੇ ਮੇਰਾ ਹੀ ਸੀ। ਮੇਰਾ ਦਿਓਰ ਜੋ ਹੁਣ ਮੇਰਾ ਪਤੀ ਬਣ ਚੁੱਕਾ ਸੀ, ਉਹ ਮੇਰੇ ਕਮਰੇ ਵਿੱਚ ਆਇਆ ਹੋਇਆ ਸੀ। ਵਿਆਹ ਨੂੰ 1 ਹਫ਼ਤਾ ਹੀ ਬੀਤਿਆ ਸੀ ਜਦੋਂ ਮੇਰੀ ਦਰਾਣੀ ਮੇਰੇ ਕਮਰੇ ਵਿੱਚ ਆਈ। ਦਰਾਣੀ ਦੇ ਹੱਥ ਵਿੱਚ ਕੁਝ ਸੀ। ਉਹ ਇੱਕ ਗਲਾਸ ਵਿੱਚ ਬਦਾਮਾਂ ਵਾਲਾ ਦੁੱਧ ਲੈ ਕੇ ਆਈ ਸੀ ਤੇ ਕਹਿਣ ਲੱਗੀ, ਇਹ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ। ਮੈਂ ਆਪਣੇ ਹੱਥਾਂ ਨਾਲ ਬਣਾਇਆ ਹੈ। ਮੈਂ ਕਿਹਾ, ਤੁਸੀਂ ਮੈਨੂੰ ਇਸ ਸਮੇਂ ਇਹ ਸਭ ਕਿਉਂ ਦੇਣ ਆਏ ਹੋ? ਮੈਂ ਦੁੱਧ ਨਹੀਂ ਪੀਂਦੀ। ਉਸਨੇ ਕਿਹਾ ਕਿ ਹੁਣ ਤੁਹਾਨੂੰ ਆਪਣਾ ਬਹੁਤ ਖਿਆਲ ਰੱਖਣਾ ਪਏਗਾ। ਆਪਣਾ ਖਿਆਲ ਰੱਖੋਗੇ ਤਾਂ ਤੁਹਾਡੀ ਸਿਹਤ ਚੰਗੀ ਰਹੇਗੀ। ਰੱਬ ਜਲਦੀ ਹੀ ਤੁਹਾਡੀ ਕੁੱਖ ਨੂੰ ਭਰ ਦੇਵੇਗਾ। ਮੈਂ ਕਿਹਾ, ਤੁਸੀਂ ਮੇਰੇ ਬੱਚੇ ਵਿੱਚ ਦਿਲਚਸਪੀ ਕਿਉਂ ਰੱਖਦੇ ਹੋ? ਤੁਸੀਂ ਆਪਣਾ ਬੱਚਾ ਜੰਮਣ ਲਈ ਇਹ ਸਭ ਕਿਉਂ ਨਹੀਂ ਕਰਦੇ? ਉਸਨੇ ਕਿਹਾ, ਮੈਂ ਵੀ ਇਹ ਦੁੱਧ ਰੋਜ਼ ਪੀਂਦੀ ਹਾਂ, ਪਰ ਤੁਹਾਡੇ ਵੀ ਬੱਚੇ ਹੋਣ ਮੈਨੂੰ ਇਹ ਚੰਗਾ ਲੱਗੇਗਾ ਜਦੋਂ ਤੁਹਾਡੀ ਗੋਦ ਵਿੱਚ ਬੱਚਾ ਹੋਵੇਗਾ। ਕਾਸ਼ ਮੇਰੇ ਪਹਿਲੇ ਪਤੀ ਤੋਂ ਕੋਈ ਬੱਚਾ ਹੋ ਜਾਂਦਾ। ਘੱਟੋ ਘੱਟ ਉਹਨਾਂ ਦੀ ਨਿਸ਼ਾਨੀ ਮੇਰੇ ਕੋਲ ਰਹਿ ਜਾਂਦੀ। ਇਹ ਸੁਣ ਕੇ ਪਲਵੀ ਨੇ ਹੈਰਾਨੀ ਨਾਲ ਮੇਰੇ ਵੱਲ ਦੇਖਿਆ ਤੇ ਕਿਹਾ ਕਿ ਤੁਹਾਨੂੰ ਬਹੁਤ ਅਜੀਬ ਲੱਗੇਗਾ, ਪਰ ਭਰਾਵਾਂ ਵਿਚਕਾਰ ਕੋਈ ਗੱਲ ਲੁਕੀ ਨਹੀਂ ਹੁੰਦੀ। ਤੁਹਾਡੇ ਪਤੀ ਨੇ ਰੋਹਨ ਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਮੈਂ ਕਦੀ ਪਿਤਾ ਨਹੀਂ ਬਣ ਸਕਦਾ। ਦੁਨੀਆ ਦੀਆਂ ਨਜ਼ਰਾਂ ਵਿੱਚ ਤੂੰ ਬਾਂਝ ਕਹਾਉਂਦੀ। ਜੋ ਵੀ ਹੁੰਦਾ ਹੈ ਚੰਗੇ ਲਈ ਹੁੰਦਾ ਹੈ। ਮੈਂ ਕਿਹਾ, ਮੇਰਾ ਪਤੀ ਮਰ ਗਿਆ, ਇਹ ਚੰਗੀ ਗੱਲ ਹੈ? ਕਹਿਣ ਲੱਗੀ, ਮੇਰਾ ਉਹ ਮਤਲਬ ਨਹੀਂ ਸੀ। ਮੈਂ ਤੇਰਾ ਭਲਾ ਸੋਚਿਆ। ਨਹੀਂ ਤਾਂ ਕੌਣ ਆਪਣੇ ਪਤੀ ਨੂੰ ਇਸ ਤਰ੍ਹਾਂ ਕਿਸੇ ਨਾਲ ਵੰਡਦਾ ਹੈ? ਤੂੰ ਮੇਰੇ ਅਹਿਸਾਨ ਦਾ ਇਹ ਨਾਮ ਦੇ ਰਹੀ ਹੈ। ਉਸ ਦੇ ਨਾਲ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਮੈਂ ਪਰੇਸ਼ਾਨ ਹੋ ਗਈ ਸੀ। ਮੈਂ ਸੋਚਣ ਲੱਗੀ ਕਿ ਮੇਰੀ ਦਰਾਣੀ ਦਾ ਕੀ ਫਾਇਦਾ ਹੋ ਸਕਦਾ ਹੈ ਜੋ ਉਸਨੇ ਆਪਣੇ ਪਤੀ ਨਾਲ ਮੇਰਾ ਵਿਆਹ ਕਰਵਾਇਆ। ਫਿਰ ਮੈਂ ਉਸ ਤੋਂ ਮਾਫੀ ਮੰਗੀ ਤੇ ਦੁੱਧ ਦਾ ਗਲਾਸ ਫੜ ਲਿਆ ਸੀ। ਉਹ ਸੱਚਮੁੱਚ ਬਹੁਤ ਚੰਗੀ ਸੀ। ਉਸਨੇ ਮੇਰਾ ਬਹੁਤ ਖਿਆਲ ਰੱਖਿਆ। ਅਜਿਹਾ ਕਦੀ ਨਹੀਂ ਹੋਇਆ ਕਿ ਉਸਨੇ ਮੇਰੇ ਨਾਲ ਬੁਰਾ ਵਿਵਹਾਰ ਕੀਤਾ ਹੋਵੇ। ਪਰ ਇੱਕ ਵਾਰ ਮੈਂ ਗੁੱਸੇ ਵਿੱਚ ਆ ਕੇ ਉਸ ਨੂੰ ਬਹੁਤ ਬੁਰਾ ਭਲਾ ਕਿਹਾ ਸੀ। ਫਿਰ ਵੀ ਉਹ ਕੁਝ ਨਾ ਬੋਲੀ ਤੇ ਰੋਹਨ ਵੀ ਮੈਨੂੰ ਬਹੁਤ ਪਿਆਰ ਕਰਦਾ ਸੀ। ਉਸ ਦਾ ਮੇਰੇ ਪ੍ਰਤੀ ਰਵੱਈਆ ਬਿਲਕੁਲ ਵੀ ਅਜਿਹਾ ਨਹੀਂ ਸੀ ਕਿ ਮੈਂ ਪਹਿਲਾਂ ਉਸ ਦੀ ਭਾਬੀ ਸੀ। ਉਹ ਮੇਰੇ ਨਾਲ ਇਸ ਤਰ੍ਹਾਂ ਵਿਵਹਾਰ ਕਰ ਰਿਹਾ ਸੀ ਜਿਵੇਂ ਮੈਂ ਪਹਿਲੇ ਦਿਨ ਤੋਂ ਹੀ ਉਸ ਦੀ ਪਤਨੀ ਹੋਵਾਂ ਤੇ ਉਹ ਮੇਰੀ ਬਹੁਤ ਦੇਖਭਾਲ ਕਰਦਾ ਸੀ। ਕਈ ਵਾਰ ਮੈਨੂੰ ਜ਼ਬਰਦਸਤੀ ਉਸ ਨੂੰ ਆਪਣੇ ਕਮਰੇ ਤੋਂ ਬਾਹਰ ਕੱਢਣਾ ਪੈਂਦਾ ਸੀ ਤਾਂ ਜੋ ਆਪਣੀ ਪਹਿਲੀ ਪਤਨੀ ਨੂੰ ਸਮਾਂ ਦੇ ਸਕੇ, ਜਿਸ ਨੇ ਮੇਰੇ ਲਈ ਇੰਨੀ ਵੱਡੀ ਕੁਰਬਾਨੀ ਦਿੱਤੀ ਸੀ। ਪਰ ਮੇਰਾ ਪਤੀ ਇੱਕ ਛੋਟੇ ਬੱਚੇ ਵਾਂਗ ਜਿੱਦੀ ਬਣ ਗਿਆ ਸੀ। ਮੇਰੇ ਕਹਿਣ ਤੇ ਉਹ ਆਪਣੀ ਪਹਿਲੀ ਪਤਨੀ ਕੋਲ ਨਹੀਂ ਜਾਂਦਾ ਸੀ। ਮੇਰੀ ਸੱਸ ਨੇ ਮੈਨੂੰ ਸਮਝਾਇਆ ਕਿ ਉਹਨੂੰ ਆਪਣੇ ਵੱਲੋਂ ਬਹੁਤਾ ਪਿਆਰ ਨਾ ਦੇਵੀਂ। ਤੂੰ ਬਹੁਤ ਸੋਹਣੀ ਹੈ, ਪਰ ਫਿਰ ਵੀ ਉਸ ਨੂੰ ਆਪਣੀ ਪਹਿਲੀ ਪਤਨੀ ਕੋਲ ਜਾਣਾ ਚਾਹੀਦਾ। ਤੂੰ ਉਸ ਨੂੰ ਕਦੇ ਵੀ ਪਹਿਲੀ ਪਤਨੀ ਤੋਂ ਦੂਰ ਨਾ ਕਰੀਂ। ਮੈਂ ਕਿਹਾ, ਮੈਂ ਅਜਿਹਾ ਕੁਝ ਨਹੀਂ ਕਰਾਂਗੀ, ਪਰ ਉਹ ਮੇਰਾ ਪਤੀ ਹੈ। ਮੈਂ ਉਹਨਾਂ ਦੀ ਕੋਈ ਗੱਲ ਟਾਲ ਵੀ ਨਹੀਂ ਸਕਦੀ। ਅਗਲੇ ਦਿਨ ਮੇਰੀ ਦਰਾਣੀ ਮੈਨੂੰ ਇੱਕ ਨਰਸ ਕੋਲ ਲੈ ਗਈ ਕੁਝ ਟੈਸਟ ਕਰਵਾਉਣ ਲਈ। ਉੱਥੇ ਨੇੜੇ ਹੀ ਇੱਕ ਪਾਰਕ ਸੀ
ਅਸੀਂ ਉਸ ਵਿੱਚ ਸੈਰ ਕਰਨ ਜਾਂਦੀਆਂ ਨਾਲੇ ਗੱਲਾਂ ਕਰਦੀਆਂ ਸੀ। ਇਸ ਤੋਂ ਇਲਾਵਾ ਮੇਰੀ ਦਰਾਣੀ ਹਰ ਰਾਤ ਮੇਰੇ ਸਿਰਹਾਣੇ ਹੇਠਾਂ ਪੈਸੇ ਰੱਖ ਜਾਂਦੀ। ਇੱਕ ਵਾਰ ਮੈਨੂੰ ਲੱਗਾ ਕਿ ਉਹ ਗਲਤੀ ਨਾਲ ਭੁੱਲ ਗਈ ਹੋਵੇਗੀ। ਮੈਂ ਕਿਹਾ ਕਿ ਤੁਸੀਂ ਕਮਰੇ ਵਿੱਚ ਆਏ ਸੀ, ਇਸ ਲਈ ਪੈਸੇ ਮੇਰੇ ਕਮਰੇ ਵਿੱਚ ਹੀ ਭੁੱਲ ਗਏ। ਪਰ ਉਸਨੇ ਕਿਹਾ ਕਿ ਨਹੀਂ, ਉਹ ਪੈਸੇ ਮੈਂ ਤੁਹਾਡੇ ਲਈ ਹੀ ਰੱਖੇ ਸੀ। ਮੈਂ ਕਿਹਾ ਤੁਸੀਂ ਮੈਨੂੰ ਆਪਣੇ ਪੈਸੇ ਕਿਉਂ ਦੇ ਰਹੇ ਹੋ? ਤਾਂ ਉਸਨੇ ਕਿਹਾ ਕਿ ਅਸਲ ਵਿੱਚ ਮੇਰੇ ਪਤੀ ਨੇ ਮੈਨੂੰ ਦਿੱਤੇ ਤੇ ਕਿਹਾ ਕਿ ਮੈਂ ਇਹ ਤੁਹਾਨੂੰ ਦੇ ਦਿਆਂ, ਕਿਉਂਕਿ ਤੁਸੀਂ ਵੀ ਉਸ ਦੀ ਪਤਨੀ ਹੋ, ਇਸ ਲਈ ਤੁਹਾਨੂੰ ਵੀ ਖਰਚਾ ਲੈਣਾ ਚਾਹੀਦਾ ਹੈ। ਮੈਂ ਕਿਹਾ ਸਾਡਾ ਪਤੀ ਇੰਨੇ ਪੈਸੇ ਕਮਾਉਂਦਾ ਹੈ? ਤਾਂ ਉਹ ਕਹਿਣ ਲੱਗੀ ਕਿ ਸਾਡਾ ਪਤੀ ਪਹਿਲੇ ਦਿਨ ਤੋਂ ਹੀ ਬਹੁਤ ਪੈਸੇ ਕਮਾ ਲੈਂਦਾ ਹੈ। ਕਈ ਵਾਰ ਮੇਰੇ ਕੋਲ ਪਹਿਲੇ ਪੈਸੇ ਪਏ ਹੁੰਦੇ ਸੀ ਕਿ ਉੱਪਰੋਂ ਹੋਰ ਮਿਲ ਜਾਂਦੇ ਸੀ। ਮੇਰੀ ਤਾਂ ਕਿਸਮਤ ਚਮਕ ਗਈ ਸੀ। ਹੁਣ ਤੁਸੀਂ ਵੀ ਉਸ ਦੀ ਪਤਨੀ ਹੋ, ਇਸ ਲਈ ਤੁਹਾਡਾ ਵੀ ਬਰਾਬਰ ਦਾ ਹੱਕ ਹੈ। ਮੇਰੇ ਦਿਲ ਵਿੱਚੋਂ ਮੇਰੇ ਪਹਿਲੇ ਪਤੀ ਦੀ ਯਾਦ ਤਾਂ ਨਹੀਂ ਗਈ ਸੀ, ਪਰ ਮੇਰੀ ਜ਼ਿੰਦਗੀ ਬਰਬਾਦ ਹੋਣ ਤੋਂ ਬਚ ਗਈ ਸੀ। ਹੁਣ ਮੈਂ ਕਿਸੇ ਦੀ ਵਿਧਵਾ ਨਹੀਂ, ਬਲਕਿ ਕਿਸੇ ਦੀ ਪਤਨੀ ਸੀ। ਹੁਣ ਮੇਰਾ ਤੇ ਮੇਰੀ ਦਰਾਣੀ ਦਾ ਪਿਆਰ ਬਹੁਤ ਵੱਧ ਗਿਆ ਸੀ। ਅਸੀਂ ਦੋਵੇਂ ਚੀਜ਼ਾਂ ਵੀ ਇੱਕੋ ਜਿਹੀਆਂ ਖਰੀਦਣ ਲੱਗ ਪਈਆਂ ਸੀ। ਇੱਕ ਦਿਨ ਜਦੋਂ ਅਸੀਂ ਦੋਵੇਂ ਹਸਪਤਾਲ ਗਈਆਂ ਤਾਂ ਮੈਂ ਤੇ ਮੇਰੀ ਦਰਾਣੀ ਨੇ ਇੱਕੋ ਜਿਹੀ ਚੁੰਨੀ ਨਾਲ ਮੂੰਹ ਨੂੰ ਢੱਕਿਆ ਹੋਇਆ ਸੀ। ਇਸੇ ਲਈ ਸ਼ਾਇਦ ਨਰਸ ਨੂੰ ਭੁਲੇਖਾ ਲੱਗ ਗਿਆ। ਨਰਸ ਨੇ ਮੇਰੇ ਕੰਨ ਵਿੱਚ ਕਿਹਾ, ਅੱਜ ਆਪਣੀ ਸੌਂਤਨ ਨੂੰ ਨੀਂਦ ਦੀਆਂ ਗੋਲੀਆਂ ਨਾ ਦੇਣਾ। ਮੈਂ ਇਹ ਸੁਣ ਕੇ ਹੈਰਾਨ ਰਹਿ ਗਈ। ਮੈਂ ਦਰਾਣੀ ਵੱਲ ਦੇਖਿਆ ਤੇ ਸੋਚਿਆ ਕਿ ਕੀ ਉਹ ਮੈਨੂੰ ਨੀਂਦ ਦੀਆਂ ਗੋਲੀਆਂ ਦਿੰਦੀ ਹੈ, ਕਿਉਂਕਿ ਹਰ ਰਾਤ ਉਹ ਮੈਨੂੰ ਬਦਾਮਾਂ ਵਾਲਾ ਦੁੱਧ ਪਿਲਾਉਂਦੀ ਸੀ। ਪਰ ਉਹ ਮੈਨੂੰ ਨੀਂਦ ਦੀਆਂ ਗੋਲੀਆਂ ਦੇ ਕੇ ਮੇਰੇ ਨਾਲ ਕੀ ਕਰਨਾ ਚਾਹੁੰਦੀ ਸੀ? ਮੇਰੇ ਮਨ ਵਿੱਚ ਹਜ਼ਾਰਾਂ ਸਵਾਲ ਉੱਠ ਰਹੇ ਸੀ। ਮੈਂ ਸੋਚਿਆ ਨਰਸ ਤੋਂ ਕੋਈ ਗਲਤੀ ਹੋ ਗਈ ਹੈ, ਪਰ ਉਸਨੇ ਤਾਂ ਮੇਰੀ ਦਰਾਣੀ ਦਾ ਨਾਮ ਵੀ ਲਿਆ ਸੀ। ਮੈਂ ਸੋਚ ਰਹੀ ਸੀ ਕਿ ਉਸਨੇ ਆਪਣੇ ਪਤੀ ਦਾ ਮੇਰੇ ਨਾਲ ਖੁਦ ਵਿਆਹ ਕਰਵਾਇਆ ਤੇ ਹੁਣ ਉਹ ਚਾਹੁੰਦੀ ਸੀ ਕਿ ਮੈਂ ਉਸਦੇ ਪਤੀ ਦੇ ਬੱਚੇ ਨੂੰ ਜਨਮ ਦੇਵਾਂ। ਕਿ ਉਹ ਖੁਦ ਮਾਂ ਨਹੀਂ ਬਣ ਸਕਦੀ ਸੀ? ਮੈਂ ਆਪਣੇ ਪਤੀ ਨਾਲ ਗੱਲ ਕਰਨ ਬਾਰੇ ਸੋਚਿਆ ਤਾਂ ਉਸ ਤੋਂ ਪਹਿਲਾਂ ਮੇਰੇ ਪਤੀ ਨੇ ਮੈਨੂੰ ਦੱਸਿਆ, ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ ਤੇ ਭਰਾ ਦੀ ਮੌਤ ਤੋਂ ਬਾਅਦ ਮੈਂ ਤੇਰੇ ਨਾਲ ਵਿਆਹ ਕਰਨਾ ਚਾਹੁੰਦਾ ਸੀ। ਮੈਂ ਆਪਣੀ ਪਤਨੀ ਨੂੰ ਬਿਲਕੁਲ ਵੀ ਪਸੰਦ ਨਹੀਂ ਕਰਦਾ ਸੀ। ਉਸ ਨੂੰ ਨਾ ਤਾਂ ਬੋਲਣ ਦਾ ਢੰਗ ਤੇ ਨਾ ਸਜਣ ਸਵਰਨ ਦਾ ਹੈ। ਉਸ ਨੂੰ ਹਮੇਸ਼ਾ ਤੁਹਾਡੀ ਉਦਾਹਰਨ ਦਿੰਦਾ ਸੀ। ਉਹ ਤੁਹਾਨੂੰ ਬਹੁਤ ਨਫ਼ਰਤ ਕਰਦੀ ਸੀ। ਮੈਂ ਉਸ ਨੂੰ ਕਹਿੰਦਾ ਸੀ ਕਿ ਤੂੰ ਭਾਬੀ ਵਰਗੀ ਕਿਉਂ ਨਹੀਂ ਬਣ ਜਾਂਦੀ। ਮੈਂ ਇਹ ਸੁਣ ਕੇ ਹੈਰਾਨ ਰਹਿ ਗਈ। ਜੋ ਮੈਨੂੰ ਨਫ਼ਰਤ ਕਰਦੀ ਸੀ, ਫਿਰ ਉਸਨੇ ਮੇਰਾ ਵਿਆਹ ਆਪਣੇ ਪਤੀ ਨਾਲ ਕਿਵੇਂ ਕਰਵਾ ਦਿੱਤਾ? ਫਿਰ ਮੇਰੇ ਪਤੀ ਨੇ ਕਿਹਾ, ਉਹ ਕੌਣ ਹੁੰਦੀ ਹੈ ਸਾਡਾ ਵਿਆਹ ਕਰਵਾਉਣ ਵਾਲੀ? ਸ਼ਾਇਦ ਸਾਡੀ ਕਿਸਮਤ ਵਿੱਚ ਇੱਕ ਦੂਜੇ ਦਾ ਸਾਥ ਲਿਖਿਆ ਸੀ। ਮੇਰਾ ਭਰਾ ਇਸ ਦੁਨੀਆ ਤੋਂ ਚਲਾ ਗਿਆ। ਚੰਗਾ ਹੁੰਦਾ ਜੇ ਮੈਨੂੰ ਉਸ ਦੀ ਥਾਂ ਮੌਤ ਆ ਜਾਂਦੀ। ਮੇਰਾ ਭਰਾ ਬਹੁਤ ਚੰਗਾ ਇਨਸਾਨ ਸੀ, ਪਰ ਸ਼ਾਇਦ ਸਾਡੀ ਕਿਸਮਤ ਵਿੱਚ ਇਹੀ ਲਿਖਿਆ ਸੀ। ਉਸ ਤੋਂ ਬਾਅਦ ਮੈਂ ਸੋਚਿਆ ਮੈਂ ਤੁਹਾਡੇ ਨਾਲ ਵਿਆਹ ਕਰ ਲਵਾਂ। ਮੈਂ ਤੁਹਾਨੂੰ ਸਹਾਰਾ ਦੇਣਾ ਚਾਹੁੰਦਾ ਸੀ, ਇਸ ਲਈ ਮੈਂ ਤੁਹਾਨੂੰ ਆਪਣੀ ਪਤਨੀ ਬਣਾ ਲਿਆ। ਪੱਲਵੀ ਮੇਰਾ ਵਿਆਹ ਤੁਹਾਡੇ ਨਾਲ ਕਰਨ ਲਈ ਰਾਜੀ ਨਹੀਂ ਸੀ, ਇਸ ਲਈ ਮੈਂ ਉਸ ਨੂੰ ਕਿਹਾ, ਜੇ ਤੂੰ ਘਰੇ ਮੇਰੇ ਵਿਆਹ ਦੀ ਗੱਲ ਨਾ ਕੀਤੀ ਤਾਂ ਮੈਂ ਤੈਨੂੰ ਤਲਾਕ ਦੇ ਦਿਆਂਗਾ। ਤਾਂ ਫਿਰ ਮੈਂ ਹੀ ਉਸ ਨੂੰ ਤੁਹਾਡਾ ਖਿਆਲ ਰੱਖਣ ਲਈ ਕਿਹਾ ਸੀ, ਕਿਉਂਕਿ ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ। ਮੈਂ ਆਪਣੀ ਪੂਰੀ ਜ਼ਿੰਦਗੀ ਤੁਹਾਡੇ ਨਾਲ ਬਿਤਾਉਣਾ ਚਾਹੁੰਦਾ ਹਾਂ। ਜਦੋਂ ਮੇਰੇ ਪਤੀ ਨੇ ਮੈਨੂੰ ਇਹ ਗੱਲ ਦੱਸੀ ਤਾਂ ਮੈਂ ਵੀ ਆਪਣੇ ਪਤੀ ਨੂੰ ਸਾਰੀ ਗੱਲ ਦੱਸ ਦਿੱਤੀ। ਤਾਂ ਮੇਰਾ ਪਤੀ ਹੈਰਾਨ ਰਹਿ ਗਿਆ। ਉਸਨੇ ਕਿਹਾ, ਮੈਂ ਤੁਹਾਡੇ ਲਈ ਕਦੀ ਉਸਦੇ ਹੱਥ ਪੈਸੇ ਨਹੀਂ ਫੜਾਏ। ਉਹਨੇ ਤੁਹਾਨੂੰ ਝੂਠ ਬੋਲਿਆ ਹੈ। ਅਸੀਂ ਇੱਕ ਕੰਮ ਕਰ ਸਕਦੇ ਹਾਂ, ਹੁਣੇ ਹੀ ਉਸ ਨਰਸ ਕੋਲ ਜਾਂਦੇ ਹਾਂ ਜਿਸ ਕੋਲ ਉਹ ਤੁਹਾਨੂੰ ਲੈ ਕੇ ਜਾਂਦੀ ਸੀ। ਅਸੀਂ ਦੋਵੇਂ ਤੁਰੰਤ ਉਸ ਨਰਸ ਕੋਲ ਗਏ, ਪਰ ਮੈਂ ਆਪਣਾ ਭੇਸ ਬਦਲ ਕੇ ਗਈ ਸੀ। ਮੇਰੇ ਪਤੀ ਨੂੰ ਨਰਸ ਨੇ ਨਹੀਂ ਦੇਖਿਆ ਹੋਇਆ ਸੀ। ਫਿਰ ਅਸੀਂ ਉਸ ਨਰਸ ਨੂੰ ਝੂਠ ਬੋਲਿਆ ਕਿ ਅਸੀਂ ਗਰਭਪਾਤ ਕਰਵਾਉਣਾ ਹੈ। ਤਾਂ ਨਰਸ ਨੇ ਕਿਹਾ, ਹਾਂ ਮੈਂ ਗਰਭਪਾਤ ਕਰਵਾ ਦਿਆਂਗੀ, ਪਰ ਬਦਲੇ ਵਿੱਚ ਮੈਨੂੰ ਬਹੁਤ ਪੈਸੇ ਦੇਣੇ ਪੈਣਗੇ। ਉਸ ਤੋਂ ਬਾਅਦ ਅਸੀਂ ਨਰਸ ਨੂੰ ਕਿਹਾ ਕਿ ਅਸੀਂ ਤੁਹਾਡੀ ਰਿਕਾਰਡਿੰਗ ਕਰ ਲਈ ਹੈ, ਤੁਸੀਂ ਇੱਥੇ ਗਲਤ ਕੰਮ ਕਰਦੇ ਹੋ। ਉਹ ਵੀ ਰਿਸ਼ਵਤ ਲੈ ਕੇ। ਨਰਸ ਕੰਬਣ ਲੱਗੀ ਤੇ ਕਹਿੰਦੀ, ਇਹ ਗੱਲ ਕਿਸੇ ਨੂੰ ਨਾ ਦੱਸਣਾ, ਨਹੀਂ ਤਾਂ ਮੇਰਾ ਲਾਇਸੈਂਸ ਰੱਦ ਹੋ ਜਾਵੇਗਾ। ਅਸੀਂ ਕਿਹਾ, ਸਾਨੂੰ ਉਸ ਔਰਤ ਬਾਰੇ ਦੱਸ ਜਿਸ ਦਾ ਨਾਮ ਪੱਲਵੀ ਹੈ। ਨਰਸ ਨੇ ਕਿਹਾ ਕਿ ਉਹ ਆਪਣੀ ਸੌਂਤਨ ਨੂੰ ਲੈ ਕੇ ਆਉਂਦੀ ਸੀ। ਤਾਂ ਮੈਂ ਕਿਹਾ, ਉਹ ਮੈਂ ਹਾਂ ਤੇ ਇਹ ਮੇਰਾ ਪਤੀ ਹੈ। ਮੈਂ ਉਸ ਨੂੰ ਆਪਣਾ ਚਿਹਰਾ ਦਿਖਾਇਆ ਤਾਂ ਉਸਨੇ ਤੁਰੰਤ ਮੈਨੂੰ ਪਹਿਚਾਨ ਲਿਆ।
ਤੇ ਕਹਿਣ ਲੱਗੀ, ਪਲਵੀ ਨੇ ਕਿਹਾ ਸੀ ਅਜਿਹੀ ਦਵਾਈ ਦਿਓ ਜਿਸ ਨਾਲ ਮੇਰੀ ਸੌਂਤਨ ਦੇ ਘਰ ਕਦੇ ਬੱਚਾ ਨਾ ਹੋਵੇ ਤੇ ਹੌਲੀ ਹੌਲੀ ਉਸ ਦੀ ਮੌਤ ਹੋ ਜਾਵੇ। ਇਹ ਸੁਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਮੇਰਾ ਪਤੀ ਵੀ ਹੈਰਾਨ ਰਹਿ ਗਿਆ। ਉਹ ਤੈਨੂੰ ਮਾਰਨਾ ਚਾਹੁੰਦੀ ਸੀ ਤੇ ਤੈਨੂੰ ਬਾਂਝ ਬਣਾਉਣਾ ਚਾਹੁੰਦੀ ਸੀ। ਉਹ ਜ਼ਰੂਰ ਤੇਰੇ ਤੋਂ ਬਦਲਾ ਲੈਣਾ ਚਾਹੁੰਦੀ ਸੀ ਕਿਉਂਕਿ ਮੈਂ ਉਸ ਦੇ ਸਾਹਮਣੇ ਤੇਰੀ ਤਾਰੀਫ ਕਰਦਾ ਸੀ। ਮੇਰੇ ਪਤੀ ਨੇ ਸਭ ਨੂੰ ਦੱਸਿਆ। ਨਰਸ ਦਾ ਬਿਆਨ ਵੀ ਸਭ ਦੇ ਸਾਹਮਣੇ ਸੁਣਾਇਆ। ਹੁਣ ਸਭ ਨੂੰ ਪਤਾ ਲੱਗ ਗਿਆ ਸੀ। ਨਰਸ ਨਾਲ ਗੱਲ ਕਰਨ ਤੋਂ ਬਾਅਦ ਅਸੀਂ ਸਿੱਧੇ ਘਰ ਪਹੁੰਚ ਗਏ। ਪਲਵੀ ਸਾਹਮਣੇ ਹੀ ਬੈਠੀ ਸੀ ਤਾਂ ਮੇਰੇ ਪਤੀ ਨੇ ਕਿਹਾ, ਮੇਰੀ ਪਤਨੀ ਤੋਂ ਮਾਫੀ ਮੰਗੋ ਤੇ ਸਹੁੰ ਖਾ ਕਿ ਦੁਬਾਰਾ ਅਜਿਹਾ ਕੰਮ ਨਹੀਂ ਕਰੇਂਗੀ। ਫਿਰ ਮੈਂ ਤੈਨੂੰ ਮਾਫ ਕਰ ਦੇਵਾਂਗਾ, ਨਹੀਂ ਤਾਂ ਮੈਂ ਤੈਨੂੰ ਤਲਾਕ ਦੇ ਦੇਵਾਂਗਾ। ਪਲਵੀ ਨੇ ਵੀ ਅਜਿਹਾ ਰੂਪ ਦਿਖਾਇਆ ਕਿ ਮੈਂ ਹੈਰਾਨ ਰਹਿ ਗਈ। ਪਲਵੀ ਕਹਿਣ ਲੱਗੀ ਕਿ ਤੁਹਾਡੇ ਤੋਂ ਮਾਫੀ ਕੌਣ ਮੰਗ ਰਿਹਾ ਹੈ? ਮੈਂ ਤੇਰੇ ਨਾਲ ਰਹਿਣਾ ਨਹੀਂ ਚਾਹੁੰਦੀ। ਤੂੰ ਇੱਕ ਘਟੀਆ ਬੰਦਾ ਹੈ ਜੋ ਆਪਣੀ ਭਾਬੀ ਤੇ ਮਾੜੀ ਨਜ਼ਰ ਰੱਖਦਾ ਸੀ। ਤੁਸੀਂ ਮੈਨੂੰ ਤਲਾਕ ਦੇ ਦਿਓ। ਰੋਹਨ ਨੇ ਉਸ ਨੂੰ ਤਲਾਕ ਨਹੀਂ ਦਿੱਤਾ, ਪਰ ਉਹ ਹਮੇਸ਼ਾ ਲਈ ਰੋਹਨ ਨੂੰ ਛੱਡ ਕੇ ਚਲੀ ਗਈ। ਅੱਜ ਜਦੋਂ ਮੈਂ ਉਸ ਬਾਰੇ ਸੋਚਦੀ ਹਾਂ, ਮੈਂ ਉਦਾਸ ਹੋ ਜਾਂਦੀ ਹਾਂ। ਮੈਂ ਜਾਣਦੀ ਹਾਂ ਕਿ ਲੋਕਾਂ ਦੇ ਚਿਹਰਿਆਂ ਤੇ ਉਹਨਾਂ ਦੇ ਵਿਵਹਾਰ ਨੂੰ ਦੇਖ ਕੇ ਤੁਸੀਂ ਇਹ ਨਹੀਂ ਪਹਿਚਾਣ ਸਕਦੇ ਹੋ ਉਹ ਤੁਹਾਡੇ ਨਾਲ ਕੀ ਕਰ ਰਹੇ ਹਨ। ਕਈ ਵਾਰ ਬਹੁਤ ਮਾਸੂਮ ਦਿਸਣ ਵਾਲੇ ਲੋਕ ਵੀ ਬਹੁਤ ਖਤਰਨਾਕ ਹੁੰਦੇ ਹਨ। ਮੇਰੀ ਦਰਾਣੀ ਦੇ ਦਿਲ ਵਿੱਚ ਜ਼ਹਿਰ ਭਰ ਗਿਆ ਸੀ ਜਦੋਂ ਉਸ ਦਾ ਪਤੀ ਉਸ ਦੇ ਸਾਹਮਣੇ ਮੇਰੀ ਤਾਰੀਫ ਕਰਨ ਲੱਗਾ ਤੇ ਉਸ ਨੂੰ ਮੇਰੀ ਮਿਸਾਲ ਦੇਣ ਲੱਗ ਪਿਆ। ਤੇ ਫਿਰ ਉਸਨੇ ਉਸ ਨੂੰ ਕਿਹਾ, ਮੇਰਾ ਭਾਬੀ ਨਾਲ ਵਿਆਹ ਕਰਵਾ ਦਿਓ। ਦੇਖਿਆ ਜਾਵੇ ਤਾਂ ਉਸਦੇ ਪਤੀ ਨੇ ਗਲਤ ਕੀਤਾ ਸੀ, ਪਰ ਪਲਵੀ ਨੂੰ ਬਦਲੇ ਵਿੱਚ ਮੇਰੇ ਨਾਲ ਇੰਨਾ ਗਲਤ ਨਹੀਂ ਕਰਨਾ ਚਾਹੀਦਾ ਸੀ। ਮੈਂ ਮਹਿਸੂਸ ਕੀਤਾ ਕਿ ਇਸ ਸਭ ਤੋਂ ਬਾਅਦ ਮੈਂ ਮਾਂ ਨਹੀਂ ਬਣ ਸਕਾਂਗੀ। ਪਤਾ ਨਹੀਂ ਕਦੋਂ ਤੋਂ ਉਹ ਮੈਨੂੰ ਦਵਾਈ ਦੇ ਰਹੀ ਸੀ, ਪਰ ਜਿਸ ਇਨਸਾਨ ਨੇ ਰੱਬ ਦੀ ਮਿਹਰ ਨਾਲ ਇਸ ਦੁਨੀਆ ਵਿੱਚ ਆਉਣਾ ਹੋਵੇ ਉਸ ਨੂੰ ਕੌਣ ਰੋਕ ਸਕਦਾ। ਮੈਨੂੰ ਰੱਬ ਨੇ ਜੁੜਵਾ ਬੱਚੇ ਦਿੱਤੇ ਹਨ, ਇੱਕ ਧੀ ਤੇ ਇੱਕ ਪੁੱਤਰ। ਵਾਹਿਗੁਰੂ ਦੀ ਮਿਹਰ ਨਾਲ ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਖੁਸ਼ ਹਾਂ। ਮੇਰੀ ਦਰਾਣੀ ਕਿੱਥੇ ਹੈ ਕਿਸੇ ਨੂੰ ਕੁਝ ਨਹੀਂ ਪਤਾ। ਜੇਕਰ ਕੋਈ ਤੁਹਾਡਾ ਬੁਰਾ ਕਰਦਾ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਵੀ ਉਸ ਦਾ ਬੁਰਾ ਹੀ ਕਰੋ। ਚੰਗਾ ਇਨਸਾਨ ਉਹ ਹੈ ਜੋ ਬੁਰਾ ਕਰਨ ਵਾਲੇ ਦਾ ਵੀ ਚੰਗਾ ਕਰਦਾ ਹੈ। ਦੋਸਤੋ, ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਰਨਾ। ਹੋਰ ਕਹਾਣੀਆਂ ਸੁਣਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ। ਧੰਨਵਾਦ ਜੀ ਤੁਹਾਡਾ ਸਾਰਿਆਂ ਦਾ।